ਹੈ ਭੀ ਸਚ ਨਾਨਕ ਹੋਸੀ ਭੀ ਸਚ। ਥੋੜੀ ਵੱਧ ਕਰ ਦੇ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਦਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਵਾਹਿਗੁਰੂ ਸਾਹਿਬ ਜੀਓ। ਧਰਮ ਧੁਰੰਧਰ ਅਮਰ ਗੁਰ ਸਦਾ ਚਹਤ ਉਪਕਾਰ। ਰਚਬੇ ਤੀਰਥ ਬਾਵਲੀ ਸਿੱਖਿਆ ਨ ਹੇਤ ਉਧਾਰ। ਧਰਮ ਧੁਰੰਧਰ ਅਮਰ ਗੁਰ ਸਦਾ ਚਹਤ ਉਪਕਾਰ। ਰਚਬੇ ਤੀਰਥ ਬਾਵਲੀ ਸਿੱਖਿਆ ਨ ਹੇਤ ਉਧਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ ਜਹਰਾ ਜਹੂਰ
ਦੀਨਾ ਬੰਧੂ ਭਗਤ ਵਛਲ, ਦਇਆ ਦੇ ਖਜ਼ਾਨੇ 10 ਪਾਤਸ਼ਾਹੀਓਂ ਜੀ ਕੇ, ਪਾਵਨ ਪਵਿੱਤਰ ਸਰੂਪ, ਕਰੁਣਾ ਨਿਧਾਨ ਜਗ ਦਾਤੇ ਗੁਰੂ ਗਰੀਬ ਨਵਾਜ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਜਿਨ ਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਗਰੀਬ ਨਵਾਜ ਦੀ ਮਹਾਨ ਕਿਰਪਾ ਮਿਹਰਾਮਤ ਦੇ ਸਦਕਾ ਖੁੱਲੇ ਦਰਸ਼ਨ ਦਿਦਾਰੇ ਕਰਨ ਦਾ ਸੁਭਾਗ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੀ ਮਿਹਰਾਮਤ ਸਦਕਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰ ਘਰ ਦੀ ਸੋਭਾ ਕੀਰਤੀ ਵਡਿਆਈ ਸਰਵਣ ਕਰਨ ਵਾਸਤੇ ਆਪ ਪਾਵਨ ਪਵਿੱਤਰ ਸਾਧ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹੋ। ਜਥਾ ਪ੍ਰਸੰਗ ਪਿਛਲੇ ਦੀਵਾਨ ਵਿੱਚ ਆਪਾਂ ਸਰਵਣ ਕੀਤਾ ਹੈ। ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੀਰਥਾਂ ਨੂੰ ਸਫਲਾ ਪਵਿੱਤਰ ਬਣਾਉਣ ਵਾਸਤੇ, ਤੀਰਥਾਂ ਦੀ ਯਾਤਰਾ ਕਰਨ ਵਾਸਤੇ ਮਹਾਰਾਜ ਜੀ ਕਰਕਸ਼ੇਤਰ, ਪਹੋਆ, ਜੋਤੀਸਰ, ਜਮਨਾ, ਗੰਗਾ ਆਦਿਕ ਤੀਰਥਾਂ ਉੱਪਰ ਗਏ ਹੈ। ਇੱਥੋਂ ਗੁਰੂ ਗਰੀਬ ਨਵਾਜ ਗੋਇੰਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਪਿੱਛੇ ਪਰਤੇ ਹਨ। ਉਸੇ ਰਸਤੇ ਹੀ ਮਹਾਰਾਜ ਪਰਤੇ ਹੈ ਜਿਸ ਰਸਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਚਰਨ ਸ਼ਰਨ ਜਾਣ ਤੋਂ ਪਹਿਲਾਂ ਸੱਚੇ ਪਾਤਸ਼ਾਹ ਜੀ ਮੇੜੇ ਨਾਮੇ ਨਗਰ ਵਿੱਚੋਂ ਦੀ ਇੱਕ ਬ੍ਰਾਹਮਣ ਦੇ ਘਰੇ ਠਹਿਰੇ ਸੀ। ਉਹ ਬ੍ਰਾਹਮਣ ਦੁਰਗਾਦਾਸ, ਜਿਨੇ ਆਪਣੇ ਸਰਾਂ ਵਿੱਚ ਦੁਪਹਿਰਾ ਕੱਟ ਰਹੇ ਬਜ਼ੁਰਗ ਦੇ ਪੈਰ ਵਿੱਚ ਪਦਮ ਰੇਖਾ ਕਰਕੇ ਇਹ ਭਵਿੱਖਬਾਣੀ ਕੀਤੀ ਸੀ ਕਿ ਇਹ ਬਜ਼ੁਰਗੋ ਆਪ ਨਿਚਲ ਚੌਰ ਛਤਰ ਤਖਤ ਕੇ ਮਾਲਕ ਹੋਵੋਗੇ। ਇਸ ਰੇਖਾ ਦਾ ਫਲ ਅਜੇ ਤੁਹਾਨੂੰ ਮਿਲਿਆ ਨਹੀਂ, ਪਰ ਜਦੋਂ ਮਿਲੇਗਾ ਆਪ ਜੀ ਭਾਰੀ ਗੁਰੂ ਸੰਸਾਰ ਅੰਦਰ ਹੋਵੋਗੇ। ਆਪ ਦੀ ਸੀਸ ਉੱਪਰ ਚੌਰ ਝੁੱਲਣਗੇ, ਛਤਰ ਹੋਣਗੇ। ਤੋ ਗੁਰੂ ਗਰੀਬ ਨਵਾਜ ਹੁਣ ਨਿਹਚਲ ਚੌਰ ਛਤਰ ਤਖਤ ਕੇ ਮਾਲਕ ਹਨ। ਧੰਨ ਗੁਰੂ ਅਮਰਦਾਸ ਜੀ ਮਹਾਰਾਜ 21ਵੀਂ ਵਾਰੀ ਮਹਾਰਾਜ ਇਸ ਗੰਗਾ ਤੇ ਆਏ ਆ। ਹੁਣ 20 ਵਾਰ ਜਦੋਂ ਮਹਾਰਾਜ ਜੀ ਗੁਰੂ ਅੰਗਦ ਪਾਤਸ਼ਾਹ ਦੀ ਸ਼ਰਨ ਵਿੱਚ ਨਹੀਂ ਸਨ ਤੇ ਗੁਰੂ ਬਣੇ ਤੋਂ ਬਾਅਦ ਗੁਰੂ ਗਰੀਬ ਨਵਾਜ ਪਹਿਲੀ ਵਾਰ ਗੰਗਾ ਤੇ ਆਏ ਹੈ। ਇਸ ਮੇੜੇ ਨਗਰ ਦੇ ਬਾਰ-ਬਾਰ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀਆਂ ਪਾਵਨ ਪਵਿੱਤਰ ਉਤਾਰਾ ਕੀਤਾ ਠਹਿਰੇ ਹੈ। ਇਹ ਦੁਰਗਾਦਾਸ ਬ੍ਰਾਹਮਣ ਨੇ ਜਦੋਂ ਵੇਖਿਆ ਵੀ ਸਾਡੇ ਨਗਰ ਦੇ ਬਾਹਰ ਇੰਨੀ ਸੰਗਤ ਭੀੜ ਕਾਹਦੀ ਹੈ, ਕਿਸੇ ਨੂੰ ਪੁੱਛਿਆ ਵੀ ਇਹ ਕੌਣ ਆਇਆ, ਕੋਈ ਰਾਜਾ ਉਤਰਿਆ, ਇੰਨੇ ਲੋਕ ਇੱਥੇ ਇਕੱਠੇ ਹੋ ਰਹੇ ਹੈ। ਉਹਨੇ ਦੱਸਿਆ ਨਹੀਂ, ਇਹ ਕੋਈ ਰਾਜਾ ਨਹੀਂ, ਇਹ ਤਾਂ ਸਾਰੇ ਸੰਸਾਰ ਦੇ ਰਾਜਿਆਂ ਦੇ ਮਹਾਰਾਜੇ ਗੁਰੂ ਅਮਰਦਾਸ ਜੀ ਮਹਾਰਾਜ ਹਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤੀਸਰਾ ਸਰੂਪ, ਉਹਨਾਂ ਦੀ ਗੁਰਤਾ ਤੇ ਤੀਸਰੇ ਗੱਦੀ ਨਿਸ਼ੀਨ ਹਨ।
ਖੱਤਰੀ ਜਾਤ, ਬੁੱਢਾ ਸਰੀਰ ਹੈ, ਚਿੱਟਾ ਮੁਖ ਤੇ ਦਾੜਾ ਹੈ, 100 ਵਰ੍ਹਿਆਂ ਦੇ ਕਰੀਬ ਜਿਨ੍ਹਾਂ ਦੀ ਉਮਰ ਹੈ। ਹੁਣ ਦੁਰਗਾ ਦਾਸ ਬ੍ਰਾਹਮਣ ਨੇ ਪਹਿਲਾਂ ਦਰਸ਼ਨ ਕੀਤੇ ਹੋਏ ਸੀ ਗੁਰੂ ਅਮਰਦਾਸ ਮਹਾਰਾਜ ਦੇ, ਭਾਵੇਂ ਉਦੋਂ ਮਹਾਰਾਜ ਜੀ ਗੁਰੂ ਪ੍ਰਗਟ ਨਹੀਂ ਹੋਏ ਸਨ। ਇਹਦੇ ਮਨ ਵਿੱਚ ਖੁੜਕੀ ਵੀ ਉਹ ਪਦਮ ਜਿਨ੍ਹਾਂ ਦੇ ਬਜ਼ੁਰਗ ਦੇ ਪੈਰ ਵਿੱਚ ਸੀ, ਕੀ ਉਹੀ ਪ੍ਰਗਟ ਹੋ ਗਏ ਹੋਣ, ਪਦਮ ਰੇਖਾ ਦਾ ਫਲ ਮਿਲਿਆ ਹੋਵੇ ਤੇ ਪਾਰੀ ਗੁਰੂ ਚੌਰ ਛਤਰ ਤਖਤ ਕੇ ਮਹਾਰਾਜ ਬਣ ਗਏ ਹੈ। ਹੋਵੇ ਨਾ ਹੋਵੇ ਉਹੀ ਆ ਗਏ ਹੈ। ਪੈਰੀ ਜੋੜਾ ਨਹੀਂ ਪਾਇਆ, ਦਵਾ ਦਵ ਮਹਾਰਾਜ ਦੇ ਦਰਸ਼ਨਾਂ ਨੂੰ ਪਹੁੰਚਿਆ। ਦੂਰੋਂ ਖੜ ਕੇ ਹੁਣ ਸਿਆਣਦਾ ਗੁਰੂ ਅਮਰਦਾਸ ਮਹਾਰਾਜ ਨੂੰ ਵੀ ਕੀ ਸੱਚਮੁੱਚ ਉਹੀ ਨੇ। ਜਦੋਂ ਨੇਤਰ ਭਰ ਭਰ ਕੇ ਦਰਸ਼ਨ ਕੀਤੇ, ਪਿਛਲਾ ਸਮਾਂ ਯਾਦ ਕੀਤਾ, ਨਿਹਚਾ ਹੋਇਆ ਵੀ ਉਹੀ ਬਜ਼ੁਰਗ ਹਨ। ਦੌੜ ਕੇ ਗੁਰੂ ਅਮਰਦਾਸ ਮਹਾਰਾਜ ਦੇ ਚਰਨੀ ਮੱਥਾ ਟੇਕਿਆ, ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਵਾਜ ਮਹਾਰਾਜ ਮੈਨੂੰ ਸਿਆਣਿਆ ਮੈਂ ਕੌਣ ਆ? ਮਹਾਰਾਜ ਮੈਂ ਦੁਰਗਾ ਦਾਸ ਬ੍ਰਾਹਮਣ, ਜਿਨੇ ਕਦੇ ਤੁਹਾਡੇ ਚਰਨ ਵਿੱਚ ਪਦਮ ਪਛਾਣ ਕੇ ਭਵਿੱਖਬਾਣੀ ਕੀਤੀ ਸੀ। ਗੁਰੂ ਅਮਰਦਾਸ ਜੀ ਮਹਾਰਾਜ ਨੂੰ ਸਾਧ ਸੰਗਤ ਜੀ ਕੀ ਭੁੱਲਿਆ। ਸੱਚੇ ਪਾਤਸ਼ਾਹ ਜੀਆਂ ਹੱਸ ਕੇ ਆਖਿਆ, ਬ੍ਰਾਹਮਣ ਜੀ ਤੁਹਾਡਾ ਬਚਨ ਲੱਗਦਾ ਸਫਲਾ ਹੋਇਆ। ਆ ਵੇਖੋ ਚੌਰ ਝੁੱਲਦੇ ਛਤਰ ਹਨ, ਚਾਰੇ ਚੱਕਾਂ ਵਿੱਚ ਸਾਡਾ ਹੁਕਮ ਚੱਲਦਾ। ਤੇ ਬ੍ਰਾਹਮਣ ਮਹਾਰਾਜ ਦੇ ਚਰਨ ਫੜ ਕੇ ਕਹਿੰਦਾ ਹੈ ਵੀ ਮਹਾਰਾਜ ਫਿਰ ਉਹ ਵੀ ਯਾਦ ਕਰੋ ਜਦੋਂ ਤੁਸੀਂ ਮੈਨੂੰ ਮਾਇਆ ਦਕਸ਼ਣਾ ਦੇਣੀ ਚਾਹੀ ਸੀ ਤੇ ਮੈਂ ਆਖਿਆ ਸੀ ਸਮਾਂ ਆਏ ਤੇ ਮੰਗਾਂਗਾ, ਜਦੋਂ ਤੁਸੀਂ ਛਤਰ ਤਖਤ ਕੇ ਮਾਲਕ ਬਣੋਗੇ ਤੇ ਮਹਾਰਾਜ ਹੁਣ ਮੈਨੂੰ ਮੇਰੀ ਦਕਸ਼ਣਾ ਦਿਓ। ਗਰੀਬ ਨਵਾਜ ਕਹਿੰਦੇ ਮੰਗੋ ਕੀ ਮੰਗਣਾ, ਪਰ ਦੁਰਗਾ ਦਾਸ ਇੱਕ ਗੱਲ ਖਿਆਲ ਰੱਖੀ, ਜਾਂ ਤਾਂ ਇਸ ਸੰਸਾਰ ਦੇ ਸਾਰੇ ਸੁੱਖ ਮੰਗ ਲੈ ਤੇ ਜਾਂ ਜੰਮਣ ਮਰਨ ਦਾ ਗੇੜ, ਪਰਲੋਕ ਦੇ ਸੁੱਖ, ਮੁਕਤੀ ਆਦਿਕ ਇਹ ਪੱਖ ਮੰਗ ਲੈ, ਇੱਕ ਮੰਗ ਲੈ। ਹੁਣ ਇਹ ਬ੍ਰਾਹਮਣ ਬੜਾ ਗਰੀਬ ਸੀ, ਵਿਚਾਰਾ ਗਿਣਤੀਆਂ ਗਿਣਦਾ ਵੀ ਜੇ ਪਰਲੋਕ ਸਵਾਰ ਰਿਹਾ ਤੇ ਗਰੀਬੀ ਬੜੀ, ਗਰੀਬੀ ਨਹੀਂ ਕੱਟੀ ਜਾਣੀ, ਸਾਰੀ ਉਮਰ ਲੋਕਾਂ ਦੇ ਅੱਗੇ ਹੱਥ ਅੱਡਦੇ ਰਵਾਂਗੇ। ਫਿਰ ਕਹਿੰਦਾ ਜੇ ਮਾਇਆ ਮੰਗ ਲਈ ਤੇ ਫਿਰ ਜਮਾਂ ਦੀ ਮਾਰ ਸਹਿਣੀ ਪੈਣੀ ਹੈ, ਜੰਮਣ ਮਰਨ ਦੇ ਫਾਹੇ ਗਲ ਵਿੱਚ ਪੈਣਗੇ। ਬੜਾ ਦੁਬਿਧਾ ਵਿੱਚ ਪਿਆ ਹੋਇਆ, ਇੱਕ ਘੜੀ ਨਾ ਬੋਲਿਆ। ਗਰੀਬ ਨਵਾਜ ਕਹਿੰਦੇ ਦੁਰਗਾ ਦਾਸ ਮੰਗੋ ਕੀ ਮੰਗਣਾ ਹੈ, ਕੀ ਗਿਣਤੀਆਂ ਵਿੱਚ ਪਏ ਹੋ? ਹੱਥ ਜੋੜ ਕੇ ਕਹਿੰਦਾ ਮਹਾਰਾਜ ਸੱਚ ਜਾਣੋ ਤਾਂ ਮੈਂ ਦੋਵਾਂ ਦੀ ਲਾਲਸਾ ਕਰਦਾ। ਜੇ ਤਾਂ ਮਹਾਰਾਜ ਮੈਂ ਪਰਲੋਕ ਸਵਾਰ ਲਿਆ ਤੁਹਾਥੋਂ ਮੰਗ ਕੇ ਤੇ ਗਰੀਬ ਨਵਾਜ ਮੈਨੂੰ ਜੱਗ ਵਿੱਚ ਕਿੰਨੇ ਜਾਣਨਾ ਹੈ। ਜਦੋਂ ਗਰੀਬ ਹੋਵਾਂਗਾ ਮਹਾਰਾਜ ਕੋਈ ਲਾਗੇ ਨਹੀਂ ਲੱਗਣ ਦਿੰਦਾ, ਮਾਇਆ ਤੋਂ ਬਿਨਾਂ ਕੋਈ ਨਹੀਂ ਪੁੱਛਦਾ ਸੰਸਾਰ ਅੰਦਰ। ਤੋ ਜੇ ਮਾਇਆ ਆ ਸੁੱਖ ਮੰਗ ਲਈ ਸੰਸਾਰ ਦੇ ਤਾਂ ਮਹਾਰਾਜ ਫਿਰ ਆਏ ਜਨਮ ਥੋੜ੍ਹਾ ਮੰਗਾਂਗਾ, ਜਨਮ ਮਰਨ ਦਾ ਫਾਹਾ ਗਲ 'ਚ ਪਏਗਾ। ਗਰੀਬ ਨਵਾਜ ਹੱਸ ਕੇ ਤੇ ਬ੍ਰਾਹਮਣ ਦੇ ਚਤੁਰਾਈ ਜਾਣ ਗਏ ਵੀ ਇਹ ਤਾਂ ਦੋਵੇਂ ਕੁਝ ਹੀ ਮੰਗਣ ਨੂੰ ਫਿਰਦਾ। ਸੱਚੇ ਪਾਤਸ਼ਾਹ ਜੀ ਹੱਸ ਕੇ ਕਹਿੰਦੇ ਆ, ਦੁਰਗਾ ਦਾਸ ਨਾਮ ਦਾ ਲੜਨਾ ਛੱਡੀ ਕਦੇ ਵੀ, ਸਾਰੀ ਉਮਰ ਮਾਇਆ ਨਹੀਂ ਮੁੱਕੇਗੀ। ਜਿੰਨਾ ਸਮਾਂ ਸਰੀਰ ਕਰਕੇ ਰਹੇਗਾ ਮਾਇਆ ਦੇ ਭੋਗ ਪਦਾਰਥ ਭੋਗਦਾ ਰਹੇਗਾ, ਕਿਸੇ ਚੀਜ਼ ਦੀ ਵਸਤੂ ਦੀ ਤੋਟਾ ਨਹੀਂ ਆਵੇਗੀ। ਤੇ ਜਦੋਂ ਪਰਲੋਕ ਜਾਵੇਗਾ ਤੈਨੂੰ ਜਮਾਂ ਦਾ ਰਾਹ ਨਹੀਂ ਵੇਖਣਾ ਪਵੇਗਾ, ਤੈਨੂੰ ਦੋਵੇਂ ਹੀ ਦਿੱਤੇ, ਪਰ ਨਾਮ ਨਾ ਛੱਡੀ। ਇਉਂ ਸਾਧ ਸੰਗਤ ਜੀ ਦੁਰਗਾ ਦਾਸ ਬ੍ਰਾਹਮਣ ਦੀ ਕਲਿਆਣ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਕੀਤੀ। ਇਥੋਂ ਗੁਰੂ ਗਰੀਬ ਨਵਾਜ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਆਏ। ਗੁਰੂ ਰਾਮਦਾਸ ਮਹਾਰਾਜ ਨੂੰ ਪਤਾ ਲੱਗਿਆ ਵੀ ਮਹਾਰਾਜ ਬਿਆਸ ਦਰਿਆ ਦੇ ਪਰਲੇ ਕਿਨਾਰੇ ਤੇ ਆ ਚੁੱਕੇ ਹੈ।
ਸਤਿਗੁਰੂ ਜੀ ਇਹ ਨਗਰ ਦੀਆਂ ਸੰਗਤਾਂ ਲੈ ਕੇ ਗੁਰੂ ਅਮਰਦਾਸ ਮਹਾਰਾਜ ਦੇ ਅੱਗੋਂ ਲੈਣ ਵਾਸਤੇ ਗਏ। ਸਤਿਗੁਰਾਂ ਦੇ ਚਰਨੀ ਮੱਥੇ ਟੇਕੇ ਸੰਗਤਾਂ ਬੰਦਨਾ ਕੀਤੀਆਂ। ਬੀੜੀਆਂ ਵਿੱਚ ਚੜ੍ਹ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਸੰਗਤਾਂ ਸਮੇਤ ਗੋਇੰਦਵਾਲ ਸਾਹਿਬ ਦੇ ਪਾਵਨ ਪਵਿੱਤਰ ਸਥਾਨ ਕੋਠਾ ਸਾਹਿਬ ਚੁਬਾਰਾ ਸਾਹਿਬ ਆਏ ਹੈ। ਤੋ ਜਿਵੇਂ ਲੰਗਰ ਦੀ ਮਰਿਆਦਾ ਚੱਲਦੀ ਹੈ, ਸਭ ਹੂਬ ਹੂ ਉਸੇ ਤਰ੍ਹਾਂ ਹੀ ਚੱਲਦੀ ਹੈ। ਖੁਸ਼ ਹੋਏ ਹੈ ਸ਼੍ਰੀ ਰਾਮਦਾਸ ਜੀ ਤੇ ਕਿ ਜਿਹੜਾ ਕੰਮ ਤੁਹਾਨੂੰ ਸੌਂਪ ਕੇ ਗਏ ਸੀ ਤੁਸੀਂ ਬੜਾ ਸੋਹਣਾ ਨਿਭਾਇਆ ਹੈ। ਤੋ ਇਹ ਸਾਰਾ ਪ੍ਰਸੰਗ ਆਪਾਂ ਪਿੱਛੇ ਦੀ ਬਾਣ ਵਿੱਚ ਵਿਚਾਰਿਆ ਸੁਣਿਆ। ਅੱਗੇ ਹੁਣ ਗੁਰੂ ਗਰੀਬ ਨਵਾਜ ਜੀ ਬੌਲੀ ਦਾ ਨਿਰਮਾਣ ਕਰਾਇਆ, ਜਿਸ 84 ਪੌੜੀਆਂ ਵਾਲੇ ਬੌਲੀ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਦੇ ਆਪਾਂ ਦਰਸ਼ਨ ਕਰਦੇ ਹਾਂ। ਬਿਆਸ ਦਰਿਆ ਦੇ ਕੰਢੇ ਉੱਪਰ ਗੁਰੂ ਗਰੀਬ ਨਵਾਜ ਜੀਆਂ ਨੇ, ਜਿੱਥੇ ਕਦੇ ਗੁਰੂ ਅੰਗਦ ਪਾਤਸ਼ਾਹ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਮਿਲਣ ਵਾਸਤੇ ਆਉਂਦੇ ਸੀ ਖਡੂਰ ਸਾਹਿਬ ਤੋਂ ਚੱਲ ਕੇ, ਇੱਥੇ ਮਿਲਾਪ ਦਾ ਸਥਾਨ ਸੀਗਾ। ਆ ਗੋਇੰਦਵਾਲ ਦਾ ਪਾਵਨ ਦਰਬਾਰ ਹੁਣ ਬੌਲੀ ਸਾਹਿਬ ਤੋਂ ਬਾਅਦ 'ਚ ਬਣੇ ਆ। ਪਹਿਲਾਂ ਕੇਵਲ ਖਾਲਸਾ ਜੀ ਪਰਾਂ ਚੁਬਾਰਾ ਸਾਹਿਬ ਦਾ ਸਥਾਨ ਸੀ, ਇੱਥੇ ਹੀ ਨਗਰ ਵਸਣਾ ਸ਼ੁਰੂ ਹੋਇਆ ਸੀ। ਫਿਰ ਮਹਾਰਾਜ ਜੀ ਬੌਲੀ ਸਾਹਿਬ ਦਾ ਪਾਵਨ ਪਵਿੱਤਰ ਤੀਰਥ, ਪਹਿਲਾ ਤੀਰਥ ਸਿੱਖਾਂ ਨੂੰ ਬਖਸ਼ਿਸ਼ ਕੀਤਾ। ਜਿਵੇਂ ਬੌਲੀ ਦਾ ਨਿਰਮਾਣ ਹੋਇਆ, ਕਿਵੇਂ ਸਿੱਖਾਂ ਨੇ ਸੇਵਾ ਕਰ ਕਰਕੇ ਗੁਰੂ ਅਮਰਦਾਸ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਉਹ ਸਾਰਾ ਪ੍ਰਸੰਗ ਆ ਰਿਹਾ। ਮਨ ਚਿਤ ਬਿਰਤੀਆਂ ਇਕਾਗਰ ਕਰੀਏ, ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਹਿਰਦੇ ਵਿੱਚ ਵਸਾਓ। ਆਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਧਰਮ ਧੁਰੰਧਰ ਅਮਰ ਗੁਰ। ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਆ, ਕਹਿੰਦੇ ਧਰਮ ਦੇ ਜਿਹੜੇ ਹਨ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਧਰਮ ਦੇ ਆਚਾਰੀਆ ਹਨ, ਧਰਮ ਦੇ ਮੋਹਰੀ, ਧਰਮ ਦੇ ਥੰਮ, ਧਰਮ ਦੇ ਆਸਰਾ ਧੰਨ ਗੁਰੂ ਅਮਰਦਾਸ ਜੀ। ਸਦਾ ਚਹਿਤ ਉਪਕਾਰ ਤੇ ਸਦਾ ਪਰ ਉਪਕਾਰ ਕਰਨਾ ਜਿਹੜੇ ਚਾਹੁੰਦੇ ਆ, ਜਿਨ੍ਹਾਂ ਦਾ ਸੁਭਾਅ ਹੈ ਸਦਾ ਜੀਵਾਂ ਤੇ ਪ੍ਰਾਣੀ ਮਾਤਰ ਤੇ ਪਰ ਉਪਕਾਰ ਕਰਨਾ ਹੈ। ਰਚਬੇ ਤੀਰਥ ਬਾਬਲੀ। ਤੇ ਮਹਾਰਾਜ ਗੁਰੂ ਅਮਰਦਾਸ ਜੀਆਂ ਬੌਲੀ ਸਾਹਿਬ ਦਾ ਪਾਵਨ ਪਵਿੱਤਰ ਤੀਰਥ ਰਚਣ ਵਾਸਤੇ, ਥਾਪਣ ਵਾਸਤੇ, ਸਿੱਖਿਆ ਹੇਤ ਉਧਾਰ। ਇਹ ਮਹਾਰਾਜ ਨੇ ਵਿਚਾਰ ਕੀਤਾ ਸਿੱਖਾਂ ਦੇ ਹੇਤ ਭਲੇ ਵਾਸਤੇ, ਤਾਂ ਕਿ ਸਿੱਖਾਂ ਦਾ ਇਸ਼ਨਾਨ ਕਰਕੇ ਜੰਮਣ ਮਰਨ ਦਾ ਗੇੜਾ ਕੱਟਿਆ ਜਾਵੇ। ਇਹ ਗੁਰੂ ਗਰੀਬ ਨਵਾਜ ਜੀਆਂ ਮਨ ਵਿੱਚ ਵਿਚਾਰ ਕੀਤਾ ਸਿੱਖਾਂ ਦੇ ਉਧਾਰ ਕਰਨ ਵਾਸਤੇ ਬੌਲੀ ਲਾਈ ਜਾਵੇ। ਚਾਪਈ ਇੱਕ ਦਿਨ ਸਭਾ ਮਝਾਰ ਉਚਾਰਾ। ਇੱਕ ਦਿਨ ਸਭਾ ਦੇ ਵਿੱਚ ਬੈਠੇ ਹੋਏ ਗੁਰੂ ਅਮਰਦਾਸ ਮਹਾਰਾਜ ਸੰਗਤਾਂ ਦੇ ਵਿੱਚ ਬੈਠਿਆਂ ਬੋਲੇ ਆ, ਇਹਾਂ ਬਾਬਲੀ ਲੱਗ ਹੈ ਉਧਾਰਾ। ਵੀ ਭਾਈ ਗੁਰਸਿੱਖੋ, ਇੱਥੇ ਬਿਆਸ ਦਰਿਆ ਦੇ ਕੰਢੇ ਤੇ ਹੁਣ ਅਸੀਂ ਵਿਚਾਰ ਕੀਤੀ ਆ ਵੀ ਬੌਲੀ ਸਾਹਿਬ ਪਾਵਨ ਪਵਿੱਤਰ ਸਥਾਨ ਬਣਾਇਆ ਜਾਵੇ, ਬੌਲੀ ਲਗਾਈ ਜਾਵੇ। ਸਿੱਖ ਸੰਗਤ ਦਰਸ਼ਨ ਕੋ ਆਵਹਿ। ਤਾਂ ਕਿ ਸਿੱਖ ਸੰਗਤਾਂ ਇਸ ਦੇ ਦਰਸ਼ਨ ਕਰਨ ਵਾਸਤੇ ਆਇਆ ਕਰਨ। ਸਭ ਮਿਲ ਗੁਰ ਤੀਰਥ ਜਲ ਨਾਵਹਿ। ਤੇ ਇਹ ਜਿਹੜਾ ਤੀਰਥ ਹੋਵੇਗਾ ਸਾਰੀਆਂ ਸੰਗਤਾਂ ਗੁਰਾਂ ਸਾਡੇ ਦਰਸ਼ਨ ਕਰਨਗੀਆਂ, ਤੇ ਨਾਲ ਨਾਲ ਜਿਹੜੀ ਹੈ ਸੰਗਤਾਂ ਇਸ ਤੀਰਥ ਬੌਲੀ ਸਾਹਿਬ ਤੇ ਇਸ਼ਨਾਨ ਕਰਕੇ ਆਪਣੀ ਜਨਮ ਮਰਨ ਕੱਟ ਲੈਣ। ਇਮ ਕਹੈ ਸਤਿਗੁਰ ਆਇਸ ਦੀਨਸ। ਇਹ ਕਹਿ ਕਰਕੇ ਗੁਰੂ ਅਮਰਦਾਸ ਜੀਆਂ ਹੁਕਮ ਕੀਤਾ ਹੈ, ਆਗਿਆ ਸਿੱਖਾਂ ਨੂੰ ਦਿੱਤੀ ਵੈ। ਲਿਖਾ ਹੁਕਮ ਨਾਮੇ ਹਿਤ ਚੀਨਸ। ਤੇ ਮਹਾਰਾਜ ਜੀਆਂ ਭਾਈ ਪਾਰੋ ਜੀਆਂ ਨੂੰ ਆਖਿਆ ਵੀ ਜਿਹੜੇ ਸਿੱਖਾਂ ਨੂੰ ਸੇਵਾ ਵਾਸਤੇ ਪ੍ਰੇਰਨ ਵਾਸਤੇ ਹੁਕਮਨਾਮੇ ਲਿਖੇ ਜਾਣ, ਵੀ ਸਾਰੇ ਸਿੱਖਾਂ ਨੂੰ ਪਤਾ ਲੱਗ ਜਾਵੇ ਵੀ ਹੁਣ ਸੇਵਾ ਆਰੰਭ ਹੋ ਰਹੀ ਹੈ। ਤੀਰਥ ਕੀ ਤਿਆਰੀ ਗੁਰ ਕਰੈ। ਲਿਖ ਦਿਓ ਹੁਕਮਨਾਮਿਆਂ ਵਿੱਚ ਵੀ ਗੁਰੂ ਅਮਰਦਾਸ ਜੀ ਬੌਲੀ ਸਾਹਿਬ ਦਾ ਤੀਰਥ ਬਣਾਉਣ ਦਾ ਤਿਆਰਾ ਕਰ ਰਹੇ ਹੈ, ਸੇਵਾ ਗੋਇੰਦਵਾਲ ਆਰੰਭ ਹੋ ਰਹੀ ਹੈ। ਹੋਏ ਨਿਹਾਲ ਸੇਵਾ ਹਿਤ ਧਰੈ। ਤੇ ਸਿੱਖ ਗੋਇੰਦਵਾਲ ਪਹੁੰਚਣ ਵੱਧ ਤੋਂ ਵੱਧ ਸਰੀਰ ਕਰਕੇ ਮਨ ਬਾਣੀ
ਜਾਂ ਮਨ ਤਨ ਧਨ ਕਰਕੇ ਸੇਵਾ ਕਰ ਕਰਕੇ ਨਿਹਾਲ ਹੋ ਜਾਣ, ਕਿਰਤਾਰਥ ਹੋਵਣ। ਪਾਰੋ ਨੇ ਲਿਖ ਸਕਲ ਪਠਾਏ, ਭਾਈ ਪਾਰੋ ਜੀ ਵਰਗਿਆਂ ਨੇ ਮਹਾਰਾਜ ਦੀ ਆਗਿਆ ਮੰਨੀ ਤੇ ਸਾਰੇ ਪਾਸੇ ਹੁਕਮਨਾਮੇ ਲਿਖ ਲਿਖ ਮਹਾਰਾਜ ਦੇ ਮੋਹਰਾਂ ਲਵਾ ਲਵਾ ਭੇਜ ਦਿੱਤੇ ਆ। ਪੁਰਗ੍ਰਾਮਨ ਤੇ ਸੁਨ ਸਿਖ ਆਏ, ਨਗਰਾਂ ਸ਼ਹਿਰਾਂ ਵਿੱਚ ਮਹਾਰਾਜ ਦੇ ਹੁਕਮਨਾਮੇ ਪਹੁੰਚੇ ਐ ਵੀ ਬੌਲੀ ਸਾਹਿਬ ਦੀ ਸੇਵਾ ਆਰੰਭ ਹੋ ਰਹੀ ਹੈ। ਗਰੀਬ ਨਵਾਜ ਬੌਲੀ ਸਾਹਿਬ ਦਾ ਪਾਵਨ ਪਵਿੱਤਰ ਤੀਰਥ ਲਗਵਾ ਰਹੇ ਐ ਬਿਆਸ ਦਰਿਆ ਦੇ ਕੰਢੇ। ਜਦੋਂ ਸੇਵਾ ਦੀ ਭਾਵਨਾ ਰੱਖਣ ਵਾਲੀਆਂ ਸੰਗਤਾਂ ਮਹਾਰਾਜ ਦੇ ਹੁਕਮਨਾਮੇ ਪੜ੍ਹੇ ਐ, ਸਿੱਖ ਬੜੇ ਖੁਸ਼ ਹੋਏ ਆ ਸੇਵਾ ਕਰਨ ਵਾਲੇ। ਭਇਓ ਮੇਲ ਸੰਗਤ ਕੋ ਪਾਰੋ, ਦਿਨਾਂ ਦੇ ਵਿੱਚ ਹੀ ਬੜਾ ਇਕੱਠ ਜਿਹੜਾ ਹੈ ਗੋਇੰਦਵਾਲ ਸਾਹਿਬ ਸੰਗਤ ਦਾ ਹੋਣ ਲੱਗਿਆ ਹੈ। ਜਥਾ ਸ਼ਕਤ ਲੈ ਆਵਹਿ ਕਾਰੋ, ਤੋ ਜਥਾ ਸ਼ਕਤ ਜਿਹੋ ਜੀ ਸ਼ਕਤੀ ਹੁੰਦੀ ਸਮਰੱਥਾ, ਕੋਈ ਮਾਇਆ ਲਿਆਉਂਦਾ ਹੈ, ਹੋਰ ਜਿੰਨੀਆਂ ਵੀ ਵਸਤੂਆਂ ਕਹੀਆਂ ਟੋਕਰੇ ਆਦਿਕ ਸਿੱਖ ਸੰਗਤਾਂ ਲੈ ਲੈ ਕੇ ਪਹੁੰਚ ਰਹੀਆਂ ਹਨ। ਦਰਸ਼ਨ ਹੇਤ ਚਾਪ ਚਿਤ ਤਾਰੇ, ਜਿਨ੍ਹਾਂ ਦੇ ਚਿੱਤ ਵਿੱਚ ਮਹਾਰਾਜ ਦੇ ਦਰਸ਼ਨਾਂ ਦੀ ਚਾਹਨਾ ਧਾਰੀ ਹੋਈ ਹੈ, ਸੰਗਤਾਂ ਦਰਸ਼ਨ ਕਰਨ ਵਾਸਤੇ ਭੇਟਾਵਾਂ ਲੈ ਲੈ ਕੇ ਬੌਲੀ ਸਾਹਿਬ ਦੀ ਸੇਵਾ ਲਈ ਪਹੁੰਚੀਆਂ ਹਨ। ਸੇਵਾ ਠਾਨ ਹੈ ਗੁਰੂ ਅਗਾਰੇ, ਗੁਰੂ ਅਮਰਦਾਸ ਮਹਾਰਾਜ ਦੇ ਪਾਸ ਆਏ ਹੈ। ਇੱਛਾ ਹੈ ਮਨ ਵਿੱਚ ਵੀ ਮਹਾਰਾਜ ਦੇ ਅੱਗੇ ਹੋ ਕੇ ਉੱਥੇ ਸੇਵਾ ਕਰਾਂਗੇ ਸਤਿਗੁਰਾਂ ਦੇ ਚਰਨਾਂ ਵਿੱਚ। ਮਿਲ ਗੁਰ ਪਗ ਕੋ ਬੰਧਨ ਠਾਨ ਹੈ, ਸੰਗਤਾਂ ਆਉਂਦੀਆਂ ਗੁਰੂ ਅਮਰਦਾਸ ਮਹਾਰਾਜ ਦੇ ਚਰਨੀ ਮੱਥਾ ਟੇਕਦੀਆਂ ਬੰਦਨਾ ਕਰਦੀਆਂ ਹਨ। ਤਰਹਿ ਭਾਉ ਆਪਨੋ ਹਿਤ ਜਾਨ ਹੈ, ਤੇ ਆਪ ਦਾ ਭਲਾ ਜਾਣ ਕੇ ਸੇਵਾ ਦੇ ਨਾਲ ਪ੍ਰੇਮ ਕਰਦੀਆਂ ਹਨ ਵੀ ਹੁਣ ਸੇਵਾ ਲੱਗੀਏ, ਸੇਵਾ ਵਿੱਚ ਹੀ ਸਾਡਾ ਭਲਾ ਹੈ, ਵਿੱਚ ਦੁਨੀਆ ਸੇਵ ਕਮਾਈਐ ਤਾ ਦਰਗਹਿ ਬੈਸਣ ਪਾਈਐ। ਸ਼੍ਰੀ ਗੁਰ ਨੇ ਸ਼ੁਭ ਦਿਵਸ ਨਿਹਾਰਾ, ਇਧਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਸੋਹਣਾ ਦਿਨ ਵੇਖਿਆ ਹੈ, ਦਿਨ ਨਿਯਤ ਕੀਤਾ ਹੈ। ਨਿਕਸੇ ਵਹਿਰ ਆਨੰਦ ਉਦਾਰਾ, ਚੁਬਾਰਾ ਸਾਹਿਬ ਦੇ ਸਥਾਨ ਤੋਂ ਮਹਾਰਾਜ ਆਨੰਦ ਦੇ ਸਖੀ ਦਾਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਚੁਬਾਰਾ ਸਾਹਿਬ ਦੇ ਸਥਾਨ ਤੋਂ ਬਾਹਰ ਆਏ ਹਨ। ਸਭ ਸੰਗਤ ਕੋ ਸੰਗ ਸੋਲੀਨਾ, ਜਿੰਨੀ ਸੰਗਤ ਗੋਇੰਦਵਾਲ ਸਾਹਿਬ ਪਹੁੰਚੀ ਹੈ ਸਾਰੀ ਸੰਗਤ ਨੂੰ ਗੁਰੂ ਗਰੀਬ ਨਵਾਜ ਜੀਆਂ ਆਪਣੇ ਨਾਲ ਲਿਆ ਹੈ। ਬਹੁ ਮਿਸ਼ਟਾਨ ਮੰਗਾਵਨ ਕੀਨਾ, ਬਹੁਤ ਭਾਰੀ ਮਾਤਰਾ ਵਿੱਚ ਮਿੱਠਾ ਜਾਂ ਦੇਗ ਜਾਂ ਹੋਰ ਗੁੜ ਆਦਿਕ ਮਿੱਠਾ ਮੰਗਵਾ ਇਕੱਠਾ ਕੀਤਾ ਹੈ। ਥਲ ਸੁੰਦਰ ਪਿਖ ਪਾਸ ਬਿਪਾਸਾ, ਤੇ ਬਿਆਸ ਦਰਿਆ ਦੇ ਕੰਢੇ ਤੇ ਸੋਹਣਾ ਥਾਂ ਵੇਖਿਆ। ਉਹ ਕਿਹੜਾ ਥਾਂ ਹੈ? ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਗੋਇੰਦਵਾਲ ਸਾਹਿਬ ਦਾ ਸਥਾਨ ਵਸਾਇਆ ਸੀ ਨਗਰ, ਤੇ ਮਹਾਰਾਜ ਜਦੋਂ ਯਾਦ ਪ੍ਰੇਮ ਵਿੱਚ ਭਿੱਜੇ ਕਰਦੇ ਸੀ ਨਾ ਗੁਰੂ ਅੰਗਦ ਪਾਤਸ਼ਾਹ ਜੀ ਨੂੰ, ਤੇ ਗੁਰੂ ਅੰਗਦ ਪਾਤਸ਼ਾਹ ਜੀ ਆਪ ਮਿਲਣ ਆਉਂਦੇ ਸੀ ਦਰਸ਼ਨ ਦੇਣ ਵਾਸਤੇ। ਤੁਸੀਂ ਪਿੱਛੇ ਕਥਾ ਸੁਣੀ ਹੈ ਸਾਰੀ, ਬਾਰ-ਬਾਰ ਆ ਜਾਂਦੇ ਸੀ ਗੁਰੂ ਅਮਰਦਾਸ ਜੀ ਵੀ। ਇਹ ਜਿੱਥੇ ਹੁਣ ਬੌਲੀ ਸਾਹਿਬ ਹੈ ਨਾ 84 ਪੌੜੀਆਂ ਵਾਲੀ ਗੋਇੰਦਵਾਲ ਸਾਹਿਬ, ਇਹ ਖਾਲਸਾ ਜੀ ਉਹ ਥਾਂ ਸੀ ਜਿੱਥੇ ਗੁਰੂ ਅੰਗਦ ਪਾਤਸ਼ਾਹ ਜੀ ਗੁਰੂ ਅਮਰਦਾਸ ਮਹਾਰਾਜ ਨੂੰ ਦਰਸ਼ਨ ਦੇਣ ਆਉਂਦੇ ਸੀ। ਇੱਥੇ ਬਾਰ-ਬਾਰ ਬਿਆਸ ਦਰਿਆ ਦੇ ਕੰਢੇ ਗੁਰੂ ਅੰਗਦ ਪਾਤਸ਼ਾਹ ਜੀ ਯਾਰ ਗੁਰੂ ਅਮਰਦਾਸ ਜੀ ਘੰਟਿਆਂ ਬੱਧੀ ਬੈਠਦੇ ਸਨ। ਤਾਂ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਨੇ ਸੱਚੇ ਪਾਤਸ਼ਾਹ ਦੀਨ ਦਿਆਲ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦਾ ਉਹਨਾਂ ਦੀ ਯਾਦ ਦੇ ਅੰਦਰ ਪ੍ਰੇਮਾ ਭਗਤੀ ਵਿੱਚ ਭਿੱਜਿਆ ਹੋਇਆ ਸੋਹਣੀ ਜਗ੍ਹਾ ਵੇਖੀ ਹੈ ਵੀ ਇੱਥੇ ਗੁਰੂ ਅੰਗਦ ਪਾਤਸ਼ਾਹ ਜੀ ਆ ਕਰਕੇ ਬਿਰਾਜਿਆ ਬੈਠਦੇ ਸਨ, ਚੌਂਕੜਾ ਲਾਉਂਦੇ ਸੀ। ਇਸ ਸੋਹਣੀ ਥਾਂ ਤੇ ਬੌਲੀ ਦਾ ਨਿਰਮਾਣ ਕਰਾਉਣ ਬਾਰੇ ਸੋਚਦੇ ਆ। ਢੇਗਪੁਰ ਗੋਇੰਦਵਾਲ ਪ੍ਰਕਾਸ਼ਾ, ਤੇ ਇਸੇ ਪ੍ਰਕਾਰ ਗੋਇੰਦਵਾਲ ਸਾਹਿਬ ਦਾ ਜਿਹੜਾ ਲਾਗੇ ਹੀ ਪ੍ਰਕਾਸ਼ਮਾਨ ਸਥਾਨ ਹੈ। ਮੰਦ ਮੰਦ ਪਦ ਸੁੰਦਰ ਤਰਹੀ, ਇਥੋਂ ਗੋਇੰਦਵਾਲ ਸਾਹਿਬ ਉਦੋਂ ਖਾਲਸਾ ਜੀ ਹੁਣ ਨਗਰ ਇਸ ਵਧਿਆ ਇਸ ਪਾਸੇ ਨੂੰ ਬੌਲੀ ਲੱਗਣ ਕਰਕੇ। ਪਹਿਲਾਂ ਉਧਰਲੇ ਪਾਸੇ ਸੀ ਚੁਬਾਰਾ ਸਾਹਿਬ ਵਾਲੇ ਸਥਾਨ ਵਾਲੇ ਪਾਸੇ ਨਗਰ ਦੀ ਵਸੋਂ ਜ਼ਿਆਦੀ ਸੀਗੀ। ਤੋ ਚੁਬਾਰਾ ਸਾਹਿਬ ਦੇ ਸਥਾਨ ਤੋਂ ਸੰਗਤਾਂ ਸਮੇਤ ਧੀਰੇ ਧੀਰੇ ਚੱਲਦੇ ਹੋਏ
ਧੰਨ ਗੁਰੂ ਅਮਰਦੇਵ ਜੀ ਪਾਤਸ਼ਾਹ ਪਹੁੰਚੇ ਹਨ ਬਿਆਸ ਦੇ ਕੰਢੇ ਉੱਪਰ। ਸੰਗ ਸੰਗਤਾਂ ਪੀਰ ਨਿਹਰਹੀ। ਬੜੀ ਭਾਰੀ ਭੀੜ ਹੈ ਸੰਗਤਾਂ ਦੀ ਗੁਰੂ ਗਰੀਬ ਜੀ ਵਾਜਦੀਆਂ ਦੇ ਨਾਲ। ਸੁਥਲ ਜਾਨ ਗੁਰ ਇਸਤਥ ਪਏ। ਉਹ ਸੋਹਣਾ ਥਾਂ ਜਾਣ ਕੇ ਮਹਾਰਾਜ ਜਿੱਥੇ ਗੁਰੂ ਅੰਗਦ ਪਾਤਸ਼ਾਹ ਜੀ ਬੈਠਦੇ ਸੀ ਉਸ ਸਥਾਨ ਵੇਖਿਆ। ਮਹਾਰਾਜ ਜੀ ਬਿਆਸ ਦੇ ਕੰਢੇ ਉੱਥੇ ਖੜੇ ਹੋ ਗਏ ਹੈ। ਟਕ ਲਾਵਨ ਕੀ ਆਏ ਸਦਾਏ। ਗੁਰੂ ਅਮਰਦਾਸ ਜੀ ਮਹਾਰਾਜ ਜੀ ਇੱਥੇ ਟੱਕ ਲਾਉਣ ਦੀ ਆਗਿਆ ਦਿੱਤੀ ਹੈ। ਬੁੱਢੇ ਪ੍ਰਥਮ ਕਹੀ ਕਰ ਗਹੀ। ਕਹਿੰਦੇ ਸਭ ਤੋਂ ਪਹਿਲਾਂ ਹੱਥਾਂ ਵਿੱਚ ਕਈ ਜਿਹੜੀ ਆ ਧੰਨ ਧੰਨ ਬ੍ਰਹਮ ਗਿਆਨੀ ਤਤ ਬੇਤੇ ਬਾਬਾ ਬੁੱਢਾ ਸਾਹਿਬ ਜੀਆਂ ਖਾਲਸਾ ਜੀ। ਇਹ ਬੌਲੀ ਸਾਹਿਬ ਦਾ ਟੱਕ ਜਿਹੜਾ ਲੱਗਿਆ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਸ਼ਾਂ ਨੇ ਹੱਥੀਂ ਕਹੀ ਫੜ ਲਾਇਆ ਹੈ। ਜਹ ਗੁਰ ਕਹੀ ਤੇ ਤਿਰਥ ਕਰ ਸਹੀ। ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਨਿਸ਼ਾਨਦੇਹੀ ਕੀਤੀ ਹੈ ਵੀ ਇੱਥੋਂ ਪੱਟੋ, ਬਾਬਾ ਬੁੱਢਾ ਸਾਹਿਬ ਜੀਆਂ ਹੱਥ ਵਿੱਚ ਕਹੀ ਪਕੜੀ ਹੈ। ਉੱਥੇ 5 ਟੱਕ ਮਾਰੇ ਹਨ। ਤਹ ਤੇ ਮਾਟੀ ਲੀਨ ਉਪਾਟੀ। ਉਥੋਂ ਮਿੱਟੀ ਜਿਹੜੀ ਵੈ ਪਟਣੀ ਸ਼ੁਰੂ ਕੀਤੀ ਹੈ। ਭਰੀ ਟੋਕਰੀ ਸਿਰ ਧਰ ਛਾਟੀ। ਤੇ ਟੋਕਰਾ ਭਰ ਕੇ ਮਿੱਟੀ ਦਾ ਆਪਣੇ ਸੀਸ ਉੱਪਰ ਇਸ ਬਜ਼ੁਰਗ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀਆਂ ਰੱਖਿਆ ਹੈ। ਬਾਹਰੋਂ ਸਕਲ ਸਿੱਖ ਲੱਗ ਪਰੇ। 5 ਟੋਕਰੀਆਂ ਬਾਬਾ ਬੁੱਢਾ ਸਾਹਿਬ ਦੀਆਂ ਖਾਲਸਾ ਜੀ ਪਹਿਲਾਂ ਸਾਰਿਆਂ ਤੋਂ ਬੌਲੀ ਸਾਹਿਬ ਆਰੰਭ ਹੋਣ ਤੇ ਕੱਢੀਆਂ। ਉਸ ਤੋਂ ਪਿੱਛੋਂ ਸਾਰੀਆਂ ਸੰਗਤਾਂ ਹੀ ਮਿੱਟੀ ਇਸ ਬੌਲੀ ਸਾਹਿਬ ਚੋਂ ਕੱਢਣ ਲੱਗੇ ਆ ਪੱਟਣ ਵਾਸਤੇ। ਤਰੇ ਚਾਂਪ ਸੇਵਾ ਹਿਤ ਕਰੇ। ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਸੇਵਾ ਕਰਨ ਦਾ। ਸੇਵਾ ਕਰਕੇ ਆਪਣਾ ਮਨੁੱਖਾ ਸਰੀਰ ਸਫਲਾ ਕਰੀਏ, ਇਹ ਵਿਚਾਰ ਕਰ ਕਰ ਸੰਗਤਾਂ ਸੇਵਾ ਨੂੰ ਛੁੱਟ ਛੁੱਟ ਪੈਂਦੀਆਂ ਹਨ। ਸਤਿਗੁਰ ਖਰੇ ਕਰਾਵਤ ਕਾਰ। ਗੁਰੂ ਅਮਰਦਾਸ ਜੀ ਮਹਾਰਾਜ ਉੱਥੇ ਖੜੇ ਹੋ ਕਰਕੇ ਸਤਿਗੁਰੂ ਜੀ ਆਪ ਸਿੱਖਾਂ ਪਾਸੋਂ ਸੇਵਾ ਕਰਵਾ ਰਹੇ ਹੈ। ਸੰਗਤ ਕਰਤ ਚਾਂਪ ਚਿਤ ਧਾਰ। ਜਿਹੜੀਆਂ ਸੰਗਤਾਂ ਉਹ ਮਨ ਵਿੱਚ ਖੇੜਾ ਉਤਸ਼ਾਹ ਲੈ ਕਰਕੇ ਸੇਵਾ ਕਰਦੀਆਂ ਹਜ਼ੂਰ ਕਰਵਾ ਰਹੇ ਹੈ। ਜਹ ਕਹਿ ਪਸਰ ਗਇਓ ਬਿਰਤੰਤੂ। ਸੰਸਾਰ ਵਿੱਚ ਜਿੱਥੇ ਕਿਥੇ ਵੀ ਸਿੱਖ ਰਹਿੰਦੇ ਆ ਉੱਥੇ ਹੀ ਇਹ ਪ੍ਰਸੰਗ ਚਲਾ ਗਿਆ ਹੈ। ਇਹ ਗੱਲ ਸਾਰੇ ਪਾਸੇ ਫੈਲ ਚੁੱਕੀ ਹੈ। ਤੀਰਥ ਰਚਿਓ ਗੁਰੂ ਭਗਵੰਤੂ। ਕਿ ਖਟ ਭਗਾ ਸੰਪੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਸਿੱਖਾਂ ਦੀ ਕਲਿਆਣ ਵਾਸਤੇ ਸੋਹਣਾ ਤੀਰਥ ਬਣਾ ਰਹੇ ਆ, ਰਚ ਰਹੇ ਆ। ਨਿਜ ਘਰ ਤੇ ਕਹੀਆਂ ਬਹਲਿਆ ਵਹਿ। ਸਿੱਖਾਂ ਨੇ ਆਪਣੇ ਘਰਾਂ ਵਿੱਚੋਂ ਜਥਾ ਸ਼ਕਤ ਵੈ। ਕੁਝ ਸਿੱਖ ਕਹਿੰਦੇ ਆ ਆਪਣੇ ਹੱਥੀਂ ਕਈਆਂ ਪਕੜ ਪਕੜ ਕੇ ਗੋਇੰਦਵਾਲ ਸਾਹਿਬ ਪਹੁੰਚ ਰਹੇ ਆ। ਸਿਰ ਪਰ ਧਰੇ ਟੋਕਰੇ ਆਵਹਿ। ਤੇ ਮਾਈਆਂ ਸੀਸ ਤੇ ਟੋਕਰੀਆਂ ਰੱਖੀਆਂ ਹੋਈਆਂ, ਟੋਕਰੇ ਚੁੱਕ ਚੁੱਕ ਕੇ ਮਾਈ ਭਾਈ ਕਈਆਂ ਲੈ ਲੈ ਗੋਇੰਦਵਾਲ ਪਹੁੰਚ ਰਹੇ ਆ। ਜਿਉਂ ਜਿਉਂ ਸੇਵ ਕਰਹਿ ਤਰ ਪਾਉ। ਜਿਵੇਂ ਜਿਵੇਂ ਵੀ ਕਰਮ ਹੁੰਦੇ ਆ ਸ਼ੁਭ, ਜਿਨ੍ਹਾਂ ਦੇ ਵੱਡੇ ਭਾਗ ਆ ਉਹ ਪ੍ਰੇਮ ਭਾਵਨਾ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਦੇ ਦਰ ਘਰ ਦੀ ਸੇਵਾ ਕਰ ਰਹੇ ਹਨ। ਤਿਆਂ ਤਿਆਂ ਸਤਿਗੁਰ ਹੋਤ ਪਸਾਉ। ਤੇ ਜਿਵੇਂ ਜਿਵੇਂ ਸੱਚੇ ਪਾਤਸ਼ਾਹ ਦੀ ਸੇਵਾ ਕਰਾਂਗੇ ਤਾਂ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਖੁਸ਼ੀਆਂ ਲਈਏ। ਇਹ ਮਨ ਵਿੱਚ ਵਿਚਾਰ ਉਤਸ਼ਾਹ ਰੱਖ ਰੱਖ ਕੇ ਸਿੱਖ ਸੰਗਤਾਂ ਬੜੇ ਸ਼ਰਧਾ ਪ੍ਰੇਮ ਨਾਲ ਸੇਵਾ ਕਰ ਰਹੀਆਂ ਹਨ। ਨਿਤ ਪ੍ਰਤ ਕਰਤ ਕਾਰ ਨਰ ਬ੍ਰਿੰਦ। ਜਿੰਨੀਆਂ ਸੰਗਤਾਂ ਰੋਜ਼ ਸੇਵਾ ਕਰਦੀਆਂ ਦਿਨ ਪਰਤ ਦਿਨ ਬੜੀ ਮਿੱਟੀ ਇਸ ਬੌਲੀ ਵਿੱਚੋਂ ਕੱਢੀ ਜਾਂਦੀ ਹੈ। ਕੱਢਹਿ ਮਾਟੀ ਖੋਦ ਅਬਿਲੰਦ। ਬੜੀ ਮਾਤਰਾ ਵਿੱਚ ਮਿੱਟੀ ਪਟ ਪਟ ਕੇ ਖੋਤ ਖੋਤ ਕੇ ਉਸ ਟੋਏ ਵਿੱਚੋਂ ਖੂਹ ਵਿੱਚੋਂ ਕੱਢੀ ਜਾ ਰਹੀ ਹੈ। ਸੰਗਤ ਕਾਰ ਕਰਤ ਤਹ ਜੇਤੀ। ਜਿੰਨੀ ਕੁ ਸਾਧ ਸੰਗਤ ਆਈ ਹੋਈ ਸੇਵਾ ਕਰਦੀ ਹੈ। ਅਚਹ ਦੇਗ ਤੇ ਭੋਜਨ ਤੇਤੀ। ਸਾਰੀ ਸੰਗਤ ਜਿਹੜੀ ਹੈ ਉਹ ਭੋਜਨ ਪ੍ਰਸ਼ਾਦਾ ਲੰਗਰ ਵਿੱਚੋਂ ਛਕਦੀ ਸਾਰਾ ਦਿਨ ਸੇਵਾ ਕਰਦੇ ਹੈ। ਤੇ ਜਦੋਂ ਭੁੱਖ ਲੱਗਦੀ ਵੈ ਸਮੇਂ ਸਿਰ ਪ੍ਰਸ਼ਾਦਾ ਸੰਗਤਾਂ ਗੋਇੰਦਵਾਲ ਸਾਹਿਬ ਦੇ ਲੰਗਰ ਚੋਂ ਛਕਦੀਆਂ ਹਨ। ਲੱਗਹਿ ਮਿਹਨਤੀ ਗਨ ਜੇ ਆਏ। ਬਾਕੀ ਮਜ਼ਦੂਰ ਵੀ ਆ ਕੇ ਲੱਗੇ ਆ। ਜੇ ਕੋਈ ਕਹਿੰਦਾ ਮਰਜ ਗਰੀਬੀ ਬੜੀ ਹੈ, ਸੇਵਾ ਨੂੰ ਵੀ ਬੜਾ ਦਿਲ ਕਰਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨੂੰ ਬਕਾਇਦਾ ਦਿਹਾੜੀ ਦਿੰਦੇ ਆ, ਨਾਲੇ ਸੇਵਾ ਕਰਦਾ ਤੇ ਸ਼ਾਮ ਨੂੰ ਉਹਨੂੰ ਦਿਹਾੜੀ ਵੀ ਮਹਾਰਾਜ ਜਿਹੜੇ ਕੋਈ ਘਰ ਕਰਕੇ ਆਰਥਿਕ ਤੰਗੀ ਵਾਲੇ ਆ
ਗਰੀਬ ਨਵਾਜ ਉਹਨਾਂ ਨੂੰ ਮਾਇਆ ਵੀ ਦਿੰਦੇ ਹੈ। ਕਵੀ ਜੀ ਕਹਿੰਦੇ ਮਜ਼ਦੂਰ ਵੀ ਬੜੇ ਆ ਕੇ ਲੱਗੇ ਹੋਏ ਆ। ਸੋ ਦੋਏ ਟਕੇ ਦਿਹਾੜੀ ਪਾਏ। ਉਹਨਾਂ ਨੂੰ ਇੱਕ ਦਿਨ ਦੀ 2 ਟਕੇ ਦਿਹਾੜੀ ਗੁਰੂ ਕੇ ਖਜ਼ਾਨੇ ਚੋਂ ਦਿੱਤੀ ਜਾਂਦੀ ਹੈ। ਲੰਗਰ ਤੇ ਆਹਾਰ ਮਨ ਪਾਵਤ। ਬਾਕੀ ਪ੍ਰਸ਼ਾਦਾ ਜਿੰਨਾ ਕੋਈ ਛਕ ਲਵੇ, ਖੁੱਲਾ ਪ੍ਰਸ਼ਾਦਾ ਮਨ ਭਾਉਂਦਾ ਲੰਗਰ ਚੋਂ ਛਕਦੇ ਆ। ਲੈ ਕਰ ਸੋ ਭੀ ਤਹ ਤੇ ਖਾਵਤ। ਆਏ ਮਜ਼ਦੂਰ ਵੀ ਜਿਹੜੇ ਆ ਮਹਾਰਾਜ ਪਾਸੋਂ ਭੇਟਾ ਲੈ ਲੈਂਦੇ ਆ, ਜਾਂ ਕਹਿ ਲਓ ਜਿਹੜੀ ਉਹ ਖਜ਼ਾਨੇ ਵਿੱਚੋਂ ਮਾਇਆ ਦਿਹਾੜੀ ਲੈਂਦੇ ਆ। ਮਜ਼ਦੂਰਾਂ ਨੂੰ ਵੀ ਕੋਈ ਨਾ ਨਹੀਂ, ਲੰਗਰ ਚੋਂ ਪ੍ਰਸ਼ਾਦਾ ਖੁੱਲਾ ਛਕਦੇ ਹਨ। ਦੇਗ ਵਿਸਾਲ ਹੋਨ ਤਬ ਲਾਗੀ। ਤੋ ਇਕੱਠ ਵਧਨ ਕਰਕੇ ਬੜਾ ਭਾਰੀ ਲੰਗਰ ਗੁਰੂ ਅਮਰਦਾਸ ਪਾਤਸ਼ਾਹ ਦੇ ਸਥਾਨ ਤੇ ਚੱਲ ਰਿਹਾ। ਲੰਗਰ ਵੀ ਬੜਾ ਖੁੱਲਾ ਬਣਾਉਣਾ ਪੈ ਰਿਹਾ ਹੈ। ਅੰਨ ਹੈ ਅੰਨ ਸਿੱਖ ਵੱਡ ਭਾਗੀ। ਵੱਡੇ ਭਾਗਾਂ ਵਾਲੀਆਂ ਮਾਈਆਂ ਘਰਾਂ ਵਿੱਚੋਂ ਰਸਤਾਂ ਲੈ ਲੈ ਕੇ ਗੁਰੂ ਘਰ ਪਹੁੰਚਦੀਆਂ ਹਨ। ਕੇਤਿਕ ਦਾਸ ਦਰਬ ਲੈ ਆਏ। ਜਿਹੜੇ ਕੋਈ ਸਾਧ ਸੰਗਤ ਜੀ ਸਰੀਰ ਕਰਕੇ ਨਹੀਂ ਸੇਵਾ ਕਰ ਸਕਦੇ, ਉਹ ਮਾਇਆ ਲੈ ਲੈ ਕੇ ਆਉਂਦੇ ਹਨ। ਬੈਠ ਮਿਹਨਤੀ ਦੇਤ ਲਗਾਏ। ਤੇ ਇੱਥੇ ਆ ਕੇ ਫਿਰ ਮਹਾਰਾਜ ਨੂੰ ਕਹਿੰਦੇ ਆ, ਮਹਾਰਾਜ ਜਾਂ ਕਹਿ ਲਓ ਜਿਹੜੇ ਹੱਥੀ ਨਹੀਂ ਨਾ ਸੇਵਾ ਕਰ ਸਕਦੇ, ਕਈ ਹੁੰਦੇ ਜਿਨ੍ਹਾਂ ਦੇ ਸਰੀਰਕ ਰੋਗ ਕਰਕੇ ਜਾਂ ਕਿਸੇ ਤਰ੍ਹਾਂ ਵੀ ਉਹ ਸਾਧ ਸੰਗਤ ਦੀ ਸੇਵਾ ਜਿਹੜੇ ਨਹੀਂ ਹੱਥੀ ਕਰ ਪਾਉਂਦੇ, ਉਹ ਮਾਇਆ ਲੈ ਕੇ ਆਉਂਦੇ ਆ। 2-2 4-4 ਦਿਹਾੜੀਏ ਮਜ਼ਦੂਰ ਨਾਲ ਲਿਆਉਂਦੇ ਆ ਤੇ ਉਹ ਮਿਹਨਤੀਆਂ ਤੋਂ ਮਜ਼ਦੂਰਾਂ ਤੋਂ ਸੇਵਾ ਕਰਵਾਉਂਦੇ ਆ ਮਾਇਆ ਕੋਲੋਂ ਦੇ ਦੇ ਕੇ। ਰਹਿ ਬਾਬਲੀ ਥਲ ਵੱਡ ਪੀਰ। ਬੌਲੀ ਸਾਹਿਬ ਦਾ ਜਿੱਥੇ ਸਥਾਨ ਬਣ ਰਿਹਾ ਹੈ ਬਹੁਤ ਵੱਡੀ, ਕਵੀ ਜੀ ਕਹਿੰਦੇ ਪੀੜਾ, ਉੱਥੇ ਬਹੁਤ ਸੰਗਤਾਂ ਇਕੱਠੀਆਂ ਹੋ ਰਹੀਆਂ, ਇਕੱਠ ਹੋ ਰਿਹਾ ਹੈ। ਕਬ ਕਬ ਸਤਗੁਰ ਬੈਠੈ ਧੀਰ। ਕਈ ਵਾਰੀ ਗੁਰੂ ਅਮਰਦਾਸ ਜੀ ਇਸ ਬੌਲੀ ਸਾਹਿਬ ਦੀ ਜਿੱਥੇ ਸੇਵਾ ਹੁੰਦੀ ਹੈ, ਕਈ ਵਾਰੀ ਮਹਾਰਾਜ ਇੱਥੇ ਆ ਜਾਂਦੇ, ਕਈ ਵਾਰੀ ਚੁਬਾਰਾ ਸਾਹਿਬ ਚਲੇ ਜਾਂਦੇ ਆ। ਤਨ ਤੇ ਸੇਵਹਿ ਗੁਰ ਕੋ। ਗੁਰੂ ਕੀਆਂ ਸੰਗਤਾਂ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਕੋਈ ਤਨ ਕਰਕੇ ਕਰਦਾ ਹੈ, ਕੋਈ ਮਨ ਕਰਕੇ ਕਰਦਾ ਹੈ। ਜਿਹੜੇ ਤਨ ਮਨ ਤੋਂ ਨਹੀਂ ਕਰ ਸਕਦੇ, ਉਹ ਧਨ ਕਰਕੇ ਸੇਵਾ ਕਰ ਰਹੇ ਆ, ਖੁਸ਼ੀ ਲੈ ਰਹੇ ਆ। ਪ੍ਰੇਮ ਕਰਹਿ ਦੀਰਘ ਨਰ ਔਰ ਕੋ। ਹਿਰਦੇ ਚ ਬੜਾ ਡਾਢਾ ਪ੍ਰੇਮ ਸਿੱਖ ਸੰਗਤਾਂ ਗੁਰੂ ਅਮਰਦਾਸ ਮਹਾਰਾਜ ਜੀ ਤਾਂ ਹੀ ਕਰਦੀਆਂ ਹਨ। ਕਾਲ ਹੈ ਕਾਲ ਲੇਹ ਫਲ ਚਾਹ। ਇੱਛਾ ਕਰਦੇ ਆ ਵੀ ਕਾਲਣਾ ਕਾਲਾਂਗੇ, ਸੇਵਾ ਕਰਾਂਗੇ ਤੋ ਮਹਾਰਾਜ ਜੀ ਦੇ ਦਰੋਂ ਕਰੋ ਵੱਡੀ ਪ੍ਰਾਪਤੀ, ਮੁਕਤੀ ਦੀ ਫਲ ਦੀ ਦਾਤ ਪ੍ਰਾਪਤ ਹੋਵੇਗੀ। ਹਲਤ ਪਲਤ ਕੋ ਦੀਰਘ ਲਾਹ। ਤੇ ਸਿੱਖ ਇੱਕ ਦੂਜੇ ਨੂੰ ਕਹਿੰਦੇ ਆ, ਭਾਈ ਕਰ ਲਓ ਸੇਵਾ ਜਿੰਨੀ ਹੁੰਦੀ ਹੈ। ਇਹ ਤਾਂ ਹਲਤ ਤੇ ਪਲਤ ਦੋਵਾਂ ਭਾਵ ਲੋਕ ਤੇ ਪਰਲੋਕ ਦਾ ਹੀ ਫਾਇਦਾ ਵਾ। ਇੱਥੇ ਰਹਿੰਦਿਆਂ ਜੇ ਸੁੱਖ ਭੋਗਣਾ ਹੈ ਤੇ ਮਹਾਰਾਜ ਦੇ ਦਰ ਦੀ ਸੇਵਾ ਕਰੋ, ਤੇ ਪਰਲੋਕ ਵੀ ਮਹਾਰਾਜ ਸੁਹੇਲਾ ਕਰ ਦੇਣਗੇ। ਹੱਥ ਪੈਰ ਸਰੀਰ ਸਫਲਾ ਸੇਵਾ ਨਾਲ ਹੋਵੇਗਾ। ਸੁਨ ਸੁਨ ਸੁਧ ਕੋ ਸਿੱਖ ਉਤਲਾਵਤ। ਇਹ ਸੱਚੇ ਪਾਤਸ਼ਾਹ ਮਹਾਰਾਜ ਦੇ ਦਰ ਘਰ ਦੀ ਸੇਵਾ ਦੀ ਖਬਰ ਜਿੱਥੇ ਜਿੱਥੇ ਵੀ ਜਾਂਦੀ ਹੈ, ਹੋਰ ਜਿਹੜੇ ਸਿੱਖ ਘਰਾਂ ਵਿੱਚ ਬੈਠੇ ਹੈ, ਜਿਵੇਂ ਜਿਵੇਂ ਪਤਾ ਲੱਗਦਾ ਹੈ ਸਾਰੇ ਹੀ ਦੌੜੇ ਆ ਰਹੇ ਆ। ਕਰਤ ਚਾਪ ਚਿਤ ਤਿਸ ਥਲ ਆਵਤ। ਮਨ ਵਿੱਚ ਖੁਸ਼ੀ ਉਤਸ਼ਾਹ ਕਰਦੇ ਹੋਏ ਭੱਜੇ ਹੋਏ ਸਿੱਖ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਆ ਰਹੇ ਆ। ਲਵਪੁਰ ਆਦ ਨਗਰ ਗਨ ਜੋਈ। ਇਸ ਤੋਂ ਇਲਾਵਾ ਜਿਹੜਾ ਲਵਪੁਰ ਲਾਹੌਰ ਕਹਿੰਦੇ ਆ, ਲਾਹੌਰ ਨਗਰ ਤੋਂ ਹੋਰ ਜਿਹੜੇ ਵੱਡੇ ਸ਼ਹਿਰ ਹਨ, ਗ੍ਰਾਮ ਬ੍ਰਿੰਦ ਮਹਿ ਇਹ ਸੁਧ ਹੋਈ। ਲਾਹੌਰ ਸ਼ਹਿਰ ਵਿੱਚ ਵੀ ਇਹ ਖਬਰ ਹੋ ਗਈ ਹੈ ਵੀ ਗੋਇੰਦਵਾਲ ਸਾਹਿਬ ਬੌਲੀ ਦੀ ਕਾਰ ਸੇਵਾ ਹੋ ਰਹੀ ਹੈ। ਸਤਿਗੁਰ ਤੀਰਥ ਰਚਹਿ ਸੋ ਬਾਪੀ। ਗੁਰੂ ਅਮਰਦਾਸ ਜੀ ਮਹਾਰਾਜ ਸਿੱਖਾਂ ਦੇ ਕਲਿਆਣਕਾਰੀ ਤੀਰਥ ਬਾਪੀ ਬੌਲੀ ਦਾ ਰਚ ਰਹੇ ਹੈ। ਬੌਲੀ ਤੇ ਖੂਹ ਵਿੱਚ ਖਾਲਸਾ ਜੀ ਇੰਨਾ ਫਰਕ ਹੁੰਦਾ ਹੈ। ਖੂਹ ਵਿੱਚ ਡੋਲ ਰੱਸਾ ਜਾਂਦਾ ਤੇ ਬੌਲੀ ਵਿੱਚ ਜਿਹੜਾ ਉਹ ਇੱਕ ਪਾਸੋਂ ਤ੍ਰਿਸ਼ਮੀ ਹੋਣ ਕਰਕੇ ਪੌੜੀਆਂ ਸਮੇਤ ਹੇਠਾਂ ਪਾਣੀ ਦੇ ਪਾਸ ਹੀ ਚਲੇ ਜਾਈਦਾ। ਜਿਹਦੇ ਵਿੱਚ ਉਤਰ ਜਾਈ ਉਹ ਬੌਲੀ ਹੁੰਦੀ ਹੈ, ਤੇ ਜਿਹਦੇ ਵਿੱਚ ਉਹ ਜਿਵੇਂ ਮਮਟੀਆਂ ਬੰਨ੍ਹ ਕਰਕੇ ਵਿੱਚ ਰੱਸਾ ਪਾਉਣੀ ਨਾਲ ਵਿੱਚੋਂ ਜਲ ਬਾਹਰ ਕੱਢਿਆ ਜਾਂਦਾ। ਰੱਸਾ ਪੱਗ ਨੂੰ ਖੂਹ ਆਖਦੇ ਵਾ। ਸਾਰੇ ਲਾਹੌਰ ਸ਼ਹਿਰ ਵਿੱਚ ਵੀ ਇਹ ਗੱਲ ਫੈਲ ਗਈ ਹੈ। ਗੁਰੂ
ਅਮਰਦਾਸ ਜੀ ਮਹਾਰਾਜ ਸੋਹਣਾ ਤੀਰਥ ਬੌਲੀ ਸਾਹਿਬ ਦਾ ਨਿਰਮਾਣ ਕਰਵਾ ਰਹੇ ਹਨ। ਫਲਦਾਇਕ ਜਹ ਉਧਰ ਹੈ ਪਾਪੀ। ਕਹਿੰਦੇ ਆ ਜਿੱਥੇ ਇਸ਼ਨਾਨ ਕਰਨ ਦੇ ਨਾਲ ਪਾਪੀ ਵੀ ਉਧਰ ਜਾਣਗੇ, ਬੜਾ ਫਲ ਦੇਣ ਵਾਲੀ ਹੈ। ਗਏ ਭਾਵਨੀ ਕਰ ਹੋਏ ਪੂਰਨ। ਤੋ ਜਿਹੜਾ ਜਾਂਦਾ ਨਾ ਭਾਵਨਾ ਕਰਕੇ ਉਥੇ ਸੇਵਾ ਕਰਦਾ ਹੈ ਬੌਲੀ ਸਾਹਿਬ ਦੀ ਖੁਦਾਈ ਦੀ, ਉਸੇ ਦੀ ਸੇਵਾ ਨੂੰ ਫਲ ਲਾਉਂਦੇ ਮਹਾਰਾਜ ਉਹਦੀ ਇੱਛਾ ਪੂਰੀ ਕਰ ਦਿੰਦੇ ਆ। ਏਮ ਸੁਨ ਨਰ ਗਨ ਪਹੁੰਚਹਿ ਤੂਰਨ। ਇਹ ਮਹਾਰਾਜ ਦੇ ਦਰ ਘਰ ਦੀ ਸੋਭਾ ਸੁਣ ਸੁਣ ਕੇ ਸਿੱਖ ਸੰਗਤਾਂ ਬੜੀ ਭਾਰੀ ਗਿਣਤੀ ਵਿੱਚ ਆ ਰਹੀਆਂ ਹਨ। ਧਨ ਤੇ ਲਾਏ ਮਿਹਨਤੀ ਦੇਤ। ਕਈ ਪੈਸਾ ਲਾ ਲਾ ਕੇ ਕੋਲੋਂ ਤੇ ਦਿਹਾੜੀਏ ਕਰ ਕਰਕੇ ਇੱਥੇ ਸੇਵਾ ਨੂੰ ਲਿਆਉਂਦੇ ਆ, ਜਾਂ ਮਿਹਨਤੀ ਨੂੰ ਮਿਹਨਤ ਦਿੰਦੇ ਆ ਇੱਥੇ ਸੇਵਾ ਕਰਨ ਦੀ। ਪੁਨ ਉਠ ਖਨ ਹੈ ਕਹੀ ਕਰ ਲੇਤ। ਤੇ ਜਾਂ ਕਈ ਵਾਰੀ ਆਪ ਵੀ ਉੱਠ ਕੇ ਕਈ ਫੜ ਕੇ ਤੇ ਲੱਗ ਜਾਂਦੇ ਆ ਖੋਦਣ ਵਾਸਤੇ, ਮਿੱਟੀ ਪੱਟਣ ਵਾਸਤੇ। ਇੱਕ ਜਾਵਹਿ ਇੱਕ ਆਵਹਿ ਪਾਸ। ਕੋਈ ਜੀ ਤੁਰਿਆ ਜਾਂਦਾ ਹੈ, ਕੋਈ ਤੁਰਿਆ ਆਉਂਦਾ ਹੈ, ਰੌਣਕ ਲੱਗੀ ਹੋਈ ਹੈ। ਸਿੱਖ ਸੰਗਤ ਮਹਿ ਅਧਿਕ ਹੁਲਾਸ। ਸੰਗਤਾਂ ਸਿੱਖਾਂ ਦੇ ਵਿੱਚ ਬੜਾ ਉਤਸ਼ਾਹ ਹੈ, ਬੜੀ ਖੁਸ਼ੀ ਹੈ, ਸੇਵਾ ਕਰ ਕਰਕੇ ਬੜੇ ਖੁਸ਼ ਹੁੰਦੇ ਸਿੱਖ। ਕਾਰ ਬਾਪਿਕਾ ਮਹਿ ਅਨੁਰਾਗੇ। ਬੌਲੀ ਸਾਹਿਬ ਦੀ ਖੁਦਾਈ ਦੀ ਕਾਰ ਸੇਵਾ ਦੇ ਵਿੱਚ ਸਿੱਖ ਬਹੁਤ ਪ੍ਰੇਮ ਨਾਲ ਸੇਵਾ ਕਰ ਰਹੇ ਆ। ਸਤਿਗੁਰ ਕੀ ਸੇਵਾ ਮੋ ਲਾਗੇ। ਸਾਰੀਆਂ ਸੰਗਤਾਂ ਪ੍ਰੇਮ ਸਹਿਤ ਧੰਨ ਗੁਰੂ ਅਮਰਦੇਵ ਜੀ ਮਹਾਰਾਜ ਦੀ ਸੇਵਾ ਵਿੱਚ ਲੱਗੀਆਂ ਹਨ। ਲਵਪੁਰ ਤੇ ਮਜੂਰ ਚੱਲ ਆਏ। ਕੁਝ ਜਿਹੜੇ ਦਿਹਾੜੀਦਾਰ ਮਜ਼ਦੂਰ ਕਹਿੰਦੇ ਦੂਰੋਂ ਲਾਹੌਰੋਂ ਵੀ ਚੱਲ ਚੱਲ ਕੇ ਆਉਂਦੇ ਆ। ਕਰਹਿ ਕਾਰ ਚਿਤ ਚਾਂਪ ਬਢਾਏ। ਮਨ ਦਾ ਉਤਸ਼ਾਹ ਵਧਾ ਵਧਾ ਕੇ ਸਾਰੇ ਸੇਵਾ ਕਰ ਰਹੇ ਆ। ਦਿਨ ਮਹਿ ਲੰਗਰ ਭੋਜਨ ਖਾਵਤ। ਸਾਰਾ ਦਿਨ ਲੰਗਰ ਦੇਗ ਤਿਆਰ ਹੁੰਦੀ ਹੈ, ਭੋਜਨ ਸੰਗਤਾਂ ਛਕਦੀਆਂ, ਮਜ਼ਦੂਰ ਆਦਿਕ ਸਭ ਛਕਦੇ ਆ। ਸਾਂਝ ਦੁਆਨ ਦਿਹਾੜੀ ਪਾਵਤ। ਜਿਹੜੇ ਮਿਹਨਤੀ ਮਜ਼ਦੂਰ ਦਿਹਾੜੀਦਾਰ ਹੈ ਲਾਹੌਰ ਤੀਕਰੋਂ ਆਏ ਆ, ਇੱਥੇ 2 ਟਕੇ ਮਹਾਰਾਜ ਪਾਸੋਂ ਇਹ ਜਿਹੜੀ ਸ਼ਾਮ ਦੇ ਸਮੇਂ ਆਪਣੀ ਦਿਹਾੜੀ ਲੈਂਦੇ ਆ। ਇੱਕ ਸਿੱਖ ਪ੍ਰੇਮੀ ਤਹ ਚੱਲ ਆਵੈ। ਕਈ ਪ੍ਰੇਮੀ ਸਿੱਖ ਵੀ ਉੱਥੇ ਚੱਲ ਚੱਲ ਕੇ ਆਉਂਦੇ ਆ। ਇੱਕ ਮਿਹਨਤੀ ਦਿਹਾੜੀ ਪਾਵੈ। ਇੱਕ ਮਿਹਨਤੀ ਆ ਭਾਵ ਕੁਝ ਸਿੱਖੋ ਜਿਹੜੇ ਪ੍ਰੇਮ ਨਾਲ ਹੀ ਸੇਵਾ ਕਰਦੇ ਆ, ਕੁਝ ਇਹੋ ਜਿਹੇ ਆ ਜਿਹੜੇ ਦਿਹਾੜੀ ਲੈਂਦੇ ਵਾ, ਜਿਨ੍ਹਾਂ ਘਰੇ ਕੋਈ ਗਰੀਬੀ ਵਾ ਉਹ ਆਣ ਕੇ ਦਿਹਾੜੀ ਲੈਂਦੇ ਆ, ਸਾਰਾ ਦਿਨ ਸੇਵਾ ਇੱਥੇ ਕਰਦੇ ਆ। ਬੌਲੀ ਸਾਹਿਬ ਦੀ ਖੁਦਾਈ ਕੱਢ ਕਰਕੇ ਸ਼ਾਮ ਨੂੰ 2 ਟਕੇ ਦਿਹਾੜੀ ਗੁਰੂ ਕੇ ਖਜ਼ਾਨੇ ਪਾਸੋਂ ਲੈਂਦੇ ਆ। ਦਿਨ ਪ੍ਰਤ ਬਾਪੀ ਕਾਰ ਮਹਾਨਾ। ਦਿਨ ਬਰ ਦਿਨ ਬੜੀ ਭਾਰੀ ਸੇਵਾ ਬੌਲੀ ਸਾਹਿਬ ਦੀ ਖੁਦਾਈ ਦੀ ਹੋ ਰਹੀ ਹੈ। ਹੋਵਤ ਹੈ ਭੀ ਬਿਦਤ ਜਹਾਨਾ। ਤੇ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਰਿਹਾ ਹੈ ਗੋਇੰਦਵਾਲ ਸਾਹਿਬ ਦਾ ਪਾਵਨ ਮੇਲਾ, ਪਾਵਨ ਸੇਵਾ ਸਭ ਸੰਸਾਰ ਜਾਣ ਰਿਹਾ ਹੈ। ਸਭ ਮਹਿ ਰਾਮਦਾਸ ਮਿਲ ਕਰ ਕੈ। ਸੇਵਾ ਕਰਨ ਵਾਲੇ ਬੜੇ ਹੈ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਦੀ। ਬੌਲੀ ਸਾਹਿਬ ਦੀ ਹੋ ਰਹੀ ਸੇਵਾ ਵਿੱਚ ਸਿੱਖਾਂ ਦੀ ਕਿੰਨੀ ਕੁ ਗਿਣਤੀ ਹੈ, ਗਿਣੀ ਨਹੀਂ ਜਾ ਸਕਦੀ, ਭੀੜ ਬੜੀ ਹੈ। ਇਹਨਾਂ ਦੇ ਵਿੱਚ ਹੀ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਹਨ। ਸਤਿਗੁਰ ਚਰਨ ਪ੍ਰੇਮ ਕੋ ਧਰ ਕੈ। ਜਿਹੜੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦਾ ਅਥਾਹ ਪ੍ਰੇਮ ਆਪਦੇ ਹਿਰਦੇ ਵਿੱਚ ਧਾਰੀ ਬੈਠੇ ਐ। ਕਰਹਿ ਬਾਪਿਕਾ ਸੇਵ ਵਿਸਾਲਾ। ਸ਼੍ਰੀ ਰਾਮਦਾਸ ਜੀ ਵੀ ਬੌਲੀ ਸਾਹਿਬ ਦੀ ਖੁਦਾਈ ਦੀ ਬੜੀ ਭਾਰੀ ਵੱਡੀ ਸੇਵਾ ਕਰ ਰਹੇ ਐ। ਸਰਬ ਗਰਭ ਤੇ ਹੋਏ ਨਿਰਾਲਾ। ਜਿਹੜਾ ਕੋਈ ਸੇਵਾ ਕਰਕੇ ਹੰਕਾਰ ਹੋ ਜਾਂਦਾ, ਇਹ ਸਾਰੇ ਹੰਕਾਰ ਤੋਂ ਨਿਰਲੇਪ ਹੋ ਕਰਕੇ ਨਿਮਰਤਾ ਸਹਿਤ ਗਰੀਬ ਨਵਾਜ ਗੁਰੂ ਰਾਮਦਾਸ ਜੀ ਸੇਵਾ ਕਰਦੇ ਐ। ਅਤ ਹਿਤ ਕਰ ਕੈ ਕਾਰ ਕਮਾਵਹਿ। ਬਹੁਤਾ ਪ੍ਰੇਮ ਕਰਦੇ ਹੋਏ ਸ਼੍ਰੀ ਰਾਮਦਾਸ ਜੀ ਪ੍ਰੇਮ ਸਹਿਤ ਸੇਵਾ ਕਰ ਰਹੇ ਐ। ਧਰਹਿ ਟੋਕਰੀ ਸਿਰ ਨਿਕਸਾਵਹਿ। ਤੇ ਬੌਲੀ ਸਾਹਿਬ ਦੇ ਡੂੰਘੇ ਥਾਂ ਚੋਂ ਖਾਲਸਾ ਜੀ ਸਿਰ ਤੇ ਵੱਡਾ ਟੋਕਰਾ ਭਰ ਮਿੱਟੀ ਦਾ ਸ਼੍ਰੀ ਰਾਮਦਾਸ ਜੀ ਬਾਹਰ ਆਉਂਦੇ ਐ। ਨਿਜ ਕੁਲ ਕੀ ਲੱਜਾ ਕੋ ਪਰਹਰ। ਇਹ ਛਤਰੀ ਕੁਲ ਦੇ ਬੜੀ ਉੱਚੀ ਖਾਨਦਾਨ ਦੇ ਸੀ, ਸੋਢੀਆਂ ਚੋਂ ਸਨ ਗੁਰੂ ਰਾਮਦਾਸ ਜੀ। ਤੇ ਜਿੱਥੇ ਦਿਹਾੜੀ ਵਾਲੇ ਮਜ਼ਦੂਰ ਟੋਕਰੀ ਢੋਂਦੇ ਆ,
ਉਹਨਾਂ ਦੇ ਨਾਲ ਹੀ ਇਹ ਗੁਰੂ ਅਮਰਦਾਸ ਮਹਾਰਾਜ ਦੇ ਪ੍ਰੇਮ ਵਿੱਚ ਬੱਧੇ ਹੋਏ ਮਹਾਰਾਜ ਦੀ ਪੁੱਤਰੀ ਬੀਬੀ ਭਾਨੀ ਜੀ ਦੇ ਨਾਲ ਵਿਆਹੇ ਹੋਣ ਦੇ ਬਾਵਜੂਦ ਵੀ ਉੱਥੇ ਮਿਹਨਤੀਆਂ ਮਜ਼ਦੂਰਾਂ ਦੇ ਨਾਲ ਸੇਵਾ ਕਰਦੇ ਆ। ਸੀਸ ਤੇ ਟੋਕਰਾ ਭਰ ਮਿੱਟੀ ਦਾ ਦੂਰ ਸੁੱਟਣ ਜਾਂਦੇ ਆ। ਕਵੀ ਜੀ ਕਹਿੰਦੇ ਇਹਨਾਂ ਨੇ ਕੁੱਲ ਦੀ ਮਾਸਾ ਵੀ ਲਾਜ ਨਹੀਂ ਕੀਤੀ, ਕਨੌੜ ਨਹੀਂ ਜਾਣੀ ਵੀ ਲੋਕ ਕੀ ਆਖਣਗੇ ਵੀ ਇੱਥੇ ਸਹੁਰੇ ਘਰ ਆ ਕਰਕੇ ਟੋਕਰੀ ਢੋਂਦੇ ਆ। ਸਨ ਬੰਧਨ ਕੀ ਆਨ ਨਹੀਂ ਤਰ। ਆ ਜਿਹੜੇ ਸੰਬੰਧੀ ਰਿਸ਼ਤੇਦਾਰ ਹੁੰਦੇ ਆ ਵੀ ਤੂੰ ਸਹੁਰੇ ਘਰ ਵੇਖੋ ਕਿਵੇਂ ਨੌਕਰ ਲੱਗਾ, ਗੋਲਾ ਲੱਗਿਆ, ਇਹੋ ਜਿਹੀ ਜਿਹੜੀ ਕਨੌੜ, ਇਹੋ ਜਿਹੀਆਂ ਬੋਲੀਆਂ ਸ਼ਰੀਕਾਂ ਦੀਆਂ ਸਾਰੀਆਂ ਦਾ ਕੋਈ ਪਰਵਾਹ ਨਹੀਂ ਕਰਦੇ ਆ। ਸਭ ਜਗ ਕੀ ਰਾਖੀ ਨਹਿ ਕਾਨ। ਕਿਸੇ ਦੀ ਕਾਣ ਨਹੀਂ ਰੱਖਦੇ, ਕੇਵਲ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦਾ ਪ੍ਰੇਮ ਹੈ। ਸੇਵਾ ਕੇ ਤਤ ਪਰ ਸਾਵਧਾਨ। ਸਾਵਧਾਨ ਇਕਾਗਰ ਹੋ ਕਰਕੇ ਬੌਲੀ ਸਾਹਿਬ ਦੀ ਖੁਦਾਈ ਦੀ ਸੇਵਾ ਵਿੱਚ ਲੱਗੇ ਆ ਸ਼੍ਰੀ ਰਾਮਦਾਸ। ਖੇਦ ਸਰੀਰ ਸੋ ਨਹੀਂ ਵਿਚਾਰਤ। ਸਰੀਰ ਦਾ ਵੀ ਕੋਈ ਭਲਾ ਨਹੀਂ ਵਿਭਾਵ, ਕੋਈ ਗਰਮੀ ਠੰਡ ਨਹੀਂ ਜਾਣਦੇ ਆ। ਪ੍ਰੇਮਾ ਭਗਤ ਰਾਤ ਦਿਨ ਤਾਰਤ। ਦਿਨ ਰਾਤ ਹੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੀ ਪ੍ਰੇਮਾ ਭਗਤੀ ਧਾਰੀ ਹੋਈ ਵੈ। ਅਪਰ ਸੰਗ ਨਹਿ ਈਰਖਾ ਠਾਨ ਹੈ। ਹੋਰਾਂ ਨਾਲ ਈਰਖਾ ਨਹੀਂ ਕਰਦੇ। ਕਈ ਵਾਰੀ ਇਹ ਵੀ ਹੋ ਜਾਂਦਾ ਨਾ ਵੀ ਉਹ ਕੋਈ ਵੱਧ ਸੇਵਾ ਕਰਦਾ ਤੇ ਕਈ ਉਹ ਬੜੀ ਈਰਖਾ ਕਰਦੇ ਆ। ਜੇ ਕੋਈ ਘੱਟ ਕਰਦਾ ਫਿਰ ਮਾਣ ਜਿਹਾ ਕਰ ਲੈਂਦੇ ਆ ਵੀ ਮੇਰੇ ਵਾਂਗੂ ਸੇਵਾ ਨਹੀਂ ਕਰਦਾ। ਗੁਰੂ ਰਾਮਦਾਸ ਜੀ ਮਹਾਰਾਜ ਨਾ ਕਿਸੇ ਨਾਲ ਕੋਈ ਈਰਖਾ ਦਵੈਸ਼ ਝਗੜਾ ਨਹੀਂ ਰੱਖਦੇ ਆ। ਕਰ ਹੈ ਟਹਿਲ ਸੁਖ ਮਹਿਲ ਪ੍ਰਮਾਨ ਹੈ। ਬਸ ਸੁਖ ਦੇ ਮਹਿਲ ਸਰੂਪ ਗੁਰੂ ਅਮਰਦਾਸ ਮਹਾਰਾਜ ਨੂੰ ਪਰ ਵਿਸ਼ੇਸ਼ ਕਰਕੇ ਉਹਨਾਂ ਦਾ ਬਚਨ ਮਨ ਸੇਵਾ ਕਰਦੇ ਆ। ਖਨ ਹੈ ਮ੍ਰਿਤ ਕਾ ਸੀਸ ਉਠਾਵੈ। ਆਪ ਹੀ ਕਈ ਨਾਲ ਮਿੱਟੀ ਪੱਟਦੇ ਆ, ਟੋਕਰੀ ਭਰ ਕੇ ਸਿਰ ਤੇ ਚੁੱਕ ਲੈਂਦੇ ਆ। ਨਿਕਸ ਬਹਿਰ ਕੋ ਦੂਰ ਗਿਰਾਵੈ। ਬਾਹਰ ਨਿਕਲ ਟੋਏ ਚੋਂ ਤੇ ਦੂਰ ਮਿੱਟੀ ਸਿੱਟਣ ਜਾਂਦੇ ਆ। ਧੂਲ ਸਰੀਰ ਬਸਤਰ ਕੋ ਲੱਗ ਹੈ। ਸਾਰੇ ਸਰੀਰ ਮਿੱਟੀ ਨਾਲ ਗੱਚ ਹੋ ਚੁੱਕੇ ਆ। ਧੂੜ ਪੈ ਪੈ ਕੇ ਸਾਰੇ ਕੱਪੜੇ ਮੈਲੇ ਹੋ ਚੁੱਕੇ ਆ। ਹਵੈ ਮਨ ਭੰਗ ਨਾ ਪ੍ਰੇਮ ਸੋ ਜਾਗ ਹੈ। ਉਲਟਾ ਪ੍ਰੇਮ ਜਾਗਦਾ, ਕੱਪੜੇ ਖਰਾਬ ਹੋ ਜਾਂਦੇ ਆ, ਸਰੀਰ ਥੱਕ ਜਾਂਦਾ। ਇਹੋ ਜਿਹੇ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਦੇ ਮਨ ਸੇਵਾ ਤੋਂ ਮਾਸਾ ਵੀ ਭੰਗ ਨਹੀਂ ਹੁੰਦਾ, ਮਾਸਾ ਵੀ ਮੁਖ ਨਹੀਂ ਮੋੜਦੇ, ਉਲਟਾ ਹੋਰ ਪ੍ਰੇਮ ਵਧੀ ਜਾਂਦਾ ਹੈ ਮਹਾਰਾਜ ਦਾ। ਮਨ ਬਚ ਕ੍ਰਮ ਸੇਵਾ ਕੇ ਤਤਪਰ। ਬਸ ਸ੍ਰੀ ਰਾਮਦਾਸ ਜੀ ਮਨ ਬਾਣੀ ਸਰੀਰ ਕਰਕੇ ਸੇਵਾ ਦੇ ਵਿੱਚ ਬੜੇ ਤਿਆਰ ਬਰ ਤਿਆਰ ਹਨ। ਅਪਰ ਮਨੋਰਥ ਕੋ ਨਹਿ ਔਰ ਧਰ। ਹੋਰ ਮਨ ਵਿੱਚ ਕੋਈ ਸੰਕਲਪ ਨਹੀਂ, ਜਿਵੇਂ ਕਈ ਸੇਵਾ ਕਰਦੇ ਆ ਮਨ ਵਿੱਚ ਇੱਛਾ ਰੱਖ ਕੇ। ਇਧਰ ਸ਼੍ਰੀ ਰਾਮਦਾਸ ਜੀ ਮਹਾਰਾਜ ਦੇ ਮਨ ਵਿੱਚ ਕੋਈ ਇੱਛਾ ਨਹੀਂ ਹੈ। ਸ਼੍ਰੀ ਗੁਰਪੂਰਨ ਅੰਤਰਜਾਮੀ। ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਪੂਰਨ ਅੰਤਰਜਾਮੀ ਹਨ। ਬ੍ਰਹਮ ਦਾ ਸਰੂਪ ਪੂਰਨ ਅੰਤਰਜਾਮੀ ਦਿਲਾਂ ਦੀਆਂ ਜਾਣਨ ਵਾਲੇ ਹੈ। ਤਿਸ ਕੀ ਲਖ ਹੈ ਸੇਵ ਸਭ ਸੁਆਮੀ। ਸੁਆਮੀ ਸ਼੍ਰੀ ਅਮਰਦਾਸ ਜੀ ਜਾਣਦੇ ਹੈ ਵੀ ਰਾਮਦਾਸ ਜੀ ਕਿੰਨੀ ਵੱਡੀ ਸੇਵਾ ਕਰ ਰਹੇ ਹੈ। ਔਰ ਪਰਪਾਕਿਆ ਪ੍ਰੇਮ ਕਰ ਰੂਰਾ। ਇਸੇ ਤਰ੍ਹਾਂ ਜਿਹੜਾ ਹੈ ਬੜੀ ਭਾਰੀ ਸੇਵਾ ਕਰ ਰਹੇ ਹੈ। ਹਿਰਦੇ ਦੇ ਪ੍ਰਪੱਕ ਹਨ, ਸਾਡੇ ਨਾਲ ਬਹੁਤ ਪ੍ਰੇਮ ਕਰਦੇ ਹੈ। ਸ਼ਰਧਾ ਸੁ ਮਤ ਸੰਗ ਭਰਪੂਰਾ। ਸ਼੍ਰੇਸ਼ਟ ਮਤ ਵਾਲੇ ਸ਼੍ਰੀ ਰਾਮਦਾਸ ਜੀ ਸ਼ਰਧਾ ਦੇ ਵਿੱਚ ਪੂਰੇ ਹਨ। ਪਰਮ ਲਾਭ ਸੇਵਾ ਕਹ ਜਾਨ ਹੈ। ਤੇ ਸ਼੍ਰੀ ਰਾਮਦਾਸ ਜੀ ਜਾਣਦੇ ਹੈ, ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਵਿਚਾਰਦੇ ਹੈ ਵੀ ਸ਼੍ਰੀ ਰਾਮਦਾਸ ਜੀ ਸਾਰਿਆਂ ਨਾਲੋਂ ਸ਼੍ਰੇਸ਼ਟ ਮਤ ਵਾਲੇ ਹੈ, ਕਿਉਂਕਿ ਉਹ ਜਾਣਦੇ ਹੈ ਵੀ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਦੀ ਸੇਵਾ ਦਾ ਫਲ ਕਿੰਨਾ ਹੁੰਦਾ ਹੈ। ਸ਼੍ਰੀ ਸਤਿਗੁਰੂ ਸਭ ਭੇਦ ਪਛਾਨ ਹੈ। ਗੁਰੂ ਅਮਰਦਾਸ ਜੀ ਮਹਾਰਾਜ ਸਾਰਾ ਭੇਦ ਪਛਾਣਦੇ ਆ, ਕੱਲੇ ਕੱਲੇ ਜੀਵ ਦਾ। ਕਿਤਕ ਕਾਲ ਬੀਤਾ ਲਗ ਸੇਵਾ। ਸੇਵਾ ਚੱਲ ਰਹੀ ਹੈ, ਕੁਝ ਕੁ ਸਮਾਂ ਖਾਲਸਾ ਦੀ ਹੋਰ ਬਤੀਤ, ਕੁਝ ਦਿਨ ਮਹੀਨੇ ਲੰਘੇ ਜਦ। ਲੇਸ਼ ਮਾਤਰ ਜਿਸ ਨਹਿ ਅਹੰ ਮੇਵਾ। ਤੇ ਗੁਰੂ ਰਾਮਦਾਸ ਮਹਾਰਾਜ ਦੇ ਮਨ ਵਿੱਚ ਲੇਸ਼ ਮਾਤਰ ਵੀ, ਪੂਰਾ ਮਾਤਰ, ਥੋੜੇ ਮਾਤਰ ਵੀ ਕੋਈ ਹੰਕਾਰ ਮਾਣ ਨਹੀਂ ਹੈ। ਲਵਪੁਰ ਸੰਗ ਜਾਤ ਗਨ ਗੰਗਾ।